सानू उन्हां ते जाण दा बहुत ही घाटा आ। ਕਾਂਚੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਜੈ ਭੀਮ ਜੈ ਗੁਰਦੇਵ। ਅੱਜ ਮਜ਼ਦੂਰਾਂ ਦੇ ਮਸੀਹਾ, ਲੰਬੇ ਸਮੇਂ ਤੋਂ ਸਾਰੀ ਉਮਰ ਕਿਰਤੀ ਮਜ਼ਦੂਰਾਂ ਦੇ ਵਾਸਤੇ ਲਾਉਣ ਵਾਲੇ ਕਾਮਰੇਡ ਦੇਵ ਫਲੋਰ ਜੀ ਨਹੀਂ ਰਹੇ। ਅੱਜ ਉਹਨਾਂ ਦੀ ਅੰਤਮ ਦਰਸ਼ਨ ਤੇ ਅੰਤਮ ਯਾਤਰਾ ਹੈ। ਇਸ ਵੇਲੇ ਜ਼ਿਲ੍ਹਾ ਜਲੰਧਰ ਦਾ ਸ਼ਹਿਰ ਫਲੋਰ ਦੇ ਸਿਵਿਆਂ ਦੇ ਵਿੱਚ ਹਾਂ ਮੌਜੂਦ ਅਸੀਂ। ਕਾਮਰੇਡ ਦੇਵ ਫਲੋਰ ਜੀ ਜਿਨ੍ਹਾਂ ਨੇ ਹੁਣ ਤੱਕ ਸਾਰੀ ਉਮਰ ਦੱਬੇ ਕੁਚਲੇ ਲਤਾੜੇ ਵਰਗ ਦੇ ਲਈ ਲਾਈ, ਜਿਨ੍ਹਾਂ ਨੇ ਮਜ਼ਦੂਰਾਂ ਦੇ ਨਾਲ ਧੱਕਾ ਹੁੰਦਾ, ਕਿਰਤੀਆਂ ਦੇ ਨਾਲ ਧੱਕਾ ਹੁੰਦਾ ਤਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਪ੍ਰਸ਼ਾਸਨ ਦੇ ਨੱਕ ਵਿੱਚ ਦਮ ਕਰਦੇ ਰਹੇ ਨੇ। ਇਸ ਵੇਲੇ ਅਸੀਂ ਮੌਜੂਦ ਹਾਂ ਤੇ ਇੱਥੇ ਹੋਰ ਵੀ ਬਹੁਤ ਸਾਰੇ ਸਾਥੀਆਂ ਨੂੰ ਪੁੱਛਾਂਗੇ ਉਹਨਾਂ ਦੇ ਜਿਹੜੇ ਹੁਣ ਤੱਕ ਦੇ ਜਿਹੜੇ ਸਾਥੀ ਰਹੇ ਨੇ। ਮੇਰੇ ਨਾਲ ਨੇ ਇਸ ਵੇਲੇ ਜਨਰਲ ਸੈਕਟਰੀ ਸਾਥੀ ਮੰਗਤ ਰਾਮ ਪਾਸਲਾ ਜੀ। ਸਭ ਤੋਂ ਪਹਿਲਾਂ ਲਾਲ ਸਲਾਮ ਜੀ। ਲਾਲ ਸਲਾਮ ਜੀ। ਅੱਜ ਸਾਥੀ ਸਦਾ ਵਾਸਤੇ ਤੁਹਾਡੇ ਕੋਲੋਂ ਵਿਛੜ ਗਏ, ਕੀ ਕਹਿਣਾ ਚਾਹੋਗੇ? ਲੱਗਦਾ ਮੈਨੂੰ ਇੱਕ ਉਸ ਪੀੜ੍ਹੀ ਦੇ ਸਾਥੀ ਸਾਡੇ ਕੋਲ ਗਏ ਆ ਜਿਹੜੀ ਪੀੜ੍ਹੀ ਨੇ ਆਪਣਾ ਸਭ ਕੁਝ ਇਸ ਲਹਿਰ ਨੂੰ ਮਜ਼ਬੂਤ ਕਰਨ ਲਈ ਵਾਰ ਦਿੱਤਾ ਸੀ। ਤੋ ਸਾਨੂੰ ਉਹਨਾਂ ਦੇ ਜਾਣ ਦਾ ਬਹੁਤ ਹੀ ਘਾਟਾ ਆ। ਦੇਵਰਾਂ ਦਾ ਲੰਬਾ ਜੀਵਨ ਜਿਹੜਾ ਉਹ ਇਸ ਲਹਿਰ ਦੇ ਲੇਖੇ ਵੇ ਕਿਰਤੀਆਂ ਦੀ ਲਹਿਰ ਬਣੇ। ਉਹਨਾਂ ਨੇ ਲੋਕਾਂ ਦੇ ਦੁੱਖਾਂ ਨੂੰ ਮਹਿਸੂਸ ਕੀਤਾ, ਉਹਦੇ ਲਈ ਯੁੱਧ ਕੀਤਾ ਔਰ ਯੁੱਧ ਕਰਦੇ ਕਰਦੇ ਸਾਡੇ ਤੋਂ ਵਿਛੜੇ ਆ। ਇਕੱਲਾ ਆਪ ਹੀ ਯੁੱਧ ਕੀਤਾ, ਉਹਨਾਂ ਨੇ ਆਪਣੇ ਰਿਸ਼ਤੇਦਾਰ, ਆਪਣੀਆਂ ਭੈਣਾਂ, ਆਪਣੇ ਬੱਚੇ, ਨੂੰਹਾਂ ਸਾਰਿਆਂ ਨੂੰ ਇਹ ਕਿਹਾ ਵੀ ਮੁਕਤੀ ਦਾ ਰਾਹ ਇਹੀ ਹੈ। ਜੇ ਤੁਸੀਂ ਇਸ ਰਾਹ 'ਤੇ ਤੁਰਨਾ ਚਾਹੋ ਤੁਰੋ ਤੇ ਫਿਰ ਹੀ ਸੰਸਾਰ ਦਾ ਕਲਿਆਣ ਹੋਣਾ। ਤੇ ਮੈਂ ਸਮਝਦਾ ਦੇਵ ਦੀ ਮਹਾਨਤਾ ਆ ਵੀ ਉਹ ਇਕੱਲਾ ਆਪ ਹੀ ਨਹੀਂ ਸੀ ਹੈ, ਉਹਨੇ ਸਾਰੇ ਪਰਿਵਾਰ ਨੂੰ ਪੋਤਿਆਂ ਤੱਕ ਆਪਣੇ ਇਸ ਲਹਿਰ ਨਾਲ ਜੋੜਿਆ। ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਨੂੰ ਬਣਾਉਣ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਆ ਔਰ ਹਮੇਸ਼ਾ ਉਹਨਾਂ ਨੇ ਠੀਕ ਪੈਂਤਰੇ ਤੋਂ ਹੀ ਕੌਮਸ ਲਹਿਰ ਦੀ ਸੇਵਾ ਕੀਤੀ ਹੈ। ਜਦੋਂ ਕਦੀ ਕੋਈ ਫੈਸਲਾਕੁਨ ਮੋੜ ਆਇਆ ਤੇ ਉਦੋਂ ਦੇਵ ਨੇ ਫਿਰ ਇਨਕਲਾਬੀ ਲੋਕਾਂ ਦਾ, ਇਨਕਲਾਬੀ ਸ਼ਕਤੀਆਂ ਦਾ ਸਾਥ ਦਿੱਤਾ। ਤਾਂ ਮੈਂ ਆਪਣੇ ਵੱਲੋਂ, ਸਾਰੀ ਪਾਰਟੀ ਵੱਲੋਂ, ਭਗਤ ਸਿੰਘ ਜਾਮਾ ਰਾਏ ਹੋਰੀ ਸਾਡੇ ਆਏ ਆ, ਐਕਟਿੰਗ ਸਕੱਤਰ ਆ, ਹਰਕਮਲ ਸਿੰਘ ਜੀ ਸਾਡੇ ਆਉਣਾ ਚਾਹੁੰਦੇ ਸਭ ਬਜ਼ੁਰਗ ਆ, ਹੋਰ ਸਾਰੇ ਸਾਥੀ ਇੱਥੇ ਆਏ ਆ। ਮੈਂ ਉਹਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਸਮਾਜ ਨੂੰ ਇਹ ਕਹਿਣਾ ਵੀ ਜਿੱਥੇ ਸਮਾਜ ਚਲਾ ਗਿਆ, ਜਿੱਥੇ ਦਲਿਤ ਸਮਾਜ ਨਾਲ ਜੋ ਜ਼ਿਆਦਤੀਆਂ ਹੋ ਰਹੀਆਂ ਉਹ ਵੀ ਸਾਡੇ ਸਾਹਮਣੇ ਆ। ਜੋ ਭਾਰਤ ਦੇ ਕਿਰਤੀ ਲੋਕਾਂ ਨਾਲ, ਕਿਸਾਨਾਂ ਨਾਲ ਮੰਦਹਾਲੀ ਦਾ ਦੌਰ ਵਾਪਰ ਰਿਹਾ ਉਹ ਵੀ ਸਾਡੇ ਸਾਹਮਣੇ ਆ। ਲੇਕਿਨ ਵੱਡੀ ਗੱਲ ਇਹ ਆ ਵੀ ਸਾਡੀ ਵਿਰਾਸਤ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਮੋਦੀ ਵੱਲੋਂ। ਇੱਦਾਂ ਦੇ ਵੇਲੇ ਦੇਵ ਵਰਗੇ ਸਾਥੀਆਂ ਦੀ ਬਹੁਤ ਲੋੜ ਆ। ਮੈਂ ਸਮਝਦਾ ਕਿ ਸਾਨੂੰ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਔਰ ਅਸੀਂ ਸਮਾਜ ਨੂੰ ਜਿੰਨਾ ਇੱਕ ਮੁੱਠ ਰੱਖ ਕੇ ਇੱਥੇ ਤਬਦੀਲੀ ਦਾ ਦੌਰ ਲਿਆ ਸਕੀਏ, ਜਿੱਥੇ ਕਿਰਤੀ ਕਿਸਾਨਾਂ ਦਾ ਰਾਜ ਹੋਵੇ, ਗੁਰੂ ਰਵਿਦਾਸ ਜੀ ਦਾ ਚਿਤਵਿਆ ਜਿਹੜਾ ਬੇਗਮਪੁਰਾ ਉਹ ਵਸ ਸਕੇ। ਮੈਂ ਸਮਝਦਾ ਵੀ ਇਹੀ ਵੱਡੀ ਸ਼ਰਧਾਂਜਲੀ ਹੋਏਗੀ। ਮੈਂ ਆਪਣੇ ਵੱਲੋਂ ਆਪਣੇ ਬਹੁਤ ਹੀ ਬਜ਼ੁਰਗ ਸਾਥੀ ਨੂੰ, ਬਹੁਤ ਹੀ ਪਿਆਰੇ ਮਿੱਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਮੇਰੇ ਨਾਲ ਨੇ ਇਸ ਵੇਲੇ ਜਸਵਿੰਦਰ ਸਿੰਘ ਢੇਸੀ ਜੀ, ਅੰਤਮ ਸੰਸਕਾਰ ਦੇ ਮੌਕੇ 'ਤੇ ਪਹੁੰਚੇ ਹੋਏ ਨੇ। ਕੀ ਕਹਿਣਾ ਚਾਹੋਗੇ? ਅੱਜ ਸਾਥੀ ਦੇਵ ਫਲੋਰ ਜੀ ਸਦਾ ਵਾਸਤੇ ਵਿਛੜ ਗਏ ਨੇ, ਉਹਨਾਂ ਦੇ ਪਾਏ ਪੂਰ ਨੇ ਜਿਹੜੇ ਉਹ ਸਦਾ ਯਾਦ ਰਹਿਣਗੇ ਔਰ ਸਮਾਜ ਨੂੰ ਵੀ ਚੱਲਣ ਦੀ ਲੋੜ ਹੈ। ਕੀ ਕਹਿਣਾ ਚਾਹੋਗੇ? ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਮਜ਼ਦੂਰਾਂ ਦੇ ਜਿਹੜੀ ਆਪਣੀ ਜਦੋਂ ਤੋਂ ਹੋਸ਼ ਸੰਭਾਲੀ ਆ ਉਦੋਂ ਤੋਂ ਲੈ ਕੇ ਅੱਜ ਤਾਈਂ ਅੰਤ ਸਾਂ ਤਾਈਂ ਮੰਨ ਲਓ ਵੀ ਮਜ਼ਦੂਰਾਂ ਦੀ ਬੰਦ ਖਲਾਸੀ ਦੇ ਲਈ ਉਹ ਲੜਦੇ ਰਹੇ। ਜਿੰਨਾ ਆਪਣਾ ਯੋਗਦਾਨ ਪਾਉਣਾ ਉਹਨਾਂ ਨੇ ਵੱਧ ਤੋਂ ਵੱਧ ਚੜ੍ਹ ਕੇ ਪਾਇਆ। ਜਿੱਥੇ ਉਹਨੇ ਆਪਣੇ ਪਰਿਵਾਰ ਦੀ ਇੱਕ ਸਮਾਜਿਕ ਰਿਸ਼ਤੇਦਾਰੀ ਜ਼ਿੰਮੇਵਾਰੀ ਨਿਭਾਈ ਆ, ਉਹਦੇ ਨਾਲ ਨਾਲ ਇੱਕ ਸਮਾਜ ਨੂੰ ਚੰਗਾ ਬਣਾਉਣ ਲਈ ਵੀ ਆਪਣੀ ਲਗਾਤਾਰ ਉਹਨੇ ਜਦੋਜਹਿਦ ਰੱਖੀ ਆ। ਇੱਕ ਉਹਨਾਂ ਦੀ ਬੜੀ ਵਿਲੱਖਣਤਾ ਸੀ, ਭਾਵੇਂ ਸ਼ੁਰੂ ਵਿੱਚ ਪਰਿਵਾਰ ਵਿੱਚ ਗਰੀਬੀ ਸੀ, ਸਾਡੇ ਤਾਂ ਉਹ ਮਾਂ-ਬਾਪ ਦੇ ਸਮਾਨ ਸੀ। ਅਸੀਂ ਕਈ ਵਾਰੀ ਗੱਲਬਾਤ ਸਾਂਝੀ ਪਰਿਵਾਰ ਵਾਂਗੂ ਕਰੀ ਦੀ ਸੀ। ਉਹ ਕਹਿੰਦੇ ਵੀ ਕਈ ਵਾਰੀ ਦਿਨ ਇੱਦਾਂ ਦੇ ਹੁੰਦੇ ਸੀ ਵੀ ਸੈਲਰ 'ਤੇ ਜਾਣਾ, ਦਿਹਾੜੀ ਲਾਉਣੀ, ਫਿਰ ਉਹ ਦਿਹਾੜੀ ਲਿਆ ਕੇ ਆਟਾ ਕਮਾ ਕੇ ਲਿਆ ਕੇ ਨਿਆਣਿਆਂ ਨੂੰ ਛਕਾਉਣਾ। ਵੀ ਅਸੀਂ ਉਹ ਦਿਨ ਵੀ ਦੇਖੇ ਆ। ਪਰ ਇਹਦੇ ਨਾਲ ਨਾਲ ਜਿਹੜੀ ਸਮਾਜ ਨੂੰ ਮੰਨ ਲਓ ਤਬਦੀਲੀ ਲਿਆਉਣ ਦੀ ਲੜਾਈ ਆ, ਉਹਨਾਂ ਨੇ ਜਦੋਜਹਿਦ ਜਿਹੜੀ ਰੱਖੀ ਆ। ਨਾਲ ਉਹਨਾਂ ਨੇ ਇੱਕ ਹੋਰ ਬੜੀ ਵਿਲੱਖਣਤਾ ਸੀ, ਆਪ ਭਾਵੇਂ ਉਹ ਅਨਪੜ੍ਹ ਸੀ, ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਲੜਕਿਆਂ ਨੂੰ ਮੰਨ ਲਓ ਜਿਹੜੀ ਵਿੱਦਿਆ ਯੋਗਤਾ ਆ ਉਹਨਾਂ ਨੂੰ ਨੌਕਰੀ 'ਤੇ ਬਚਾਇਆ।
ਉਹਨਾਂ ਦੀਆਂ ਮੰਨ ਲਓ ਲੜਕੀਆਂ ਵੀ ਟੀਚਰ ਆ, ਲੜਕਾ ਵੀ ਟੀਚਰ ਆ, ਸਾਰਾ ਪਰਿਵਾਰ ਪੜ੍ਹਿਆ ਲਿਖਿਆ ਆ ਅਤੇ ਸਾਰਾ ਪਰਿਵਾਰ ਹੀ ਇਹਨਾਂ ਵਿਚਾਰਾਂ ਦਾ ਧਾਰਨੀ ਆ। ਇਸ ਕਰਕੇ ਉਹਨਾਂ ਨੇ ਮੰਨ ਲਓ ਵੀ ਇਸ ਕ੍ਰਾਂਤੀਕਾਰੀ ਲਿਆਉਣ ਨੂੰ ਹਰ ਹਿੱਲਾ ਆਪਣੇ ਪਰਿਵਾਰ ਦੇ ਵਿੱਚ ਵਰਤਿਆ, ਆਂਢ ਗੁਆਂਢ ਵਿੱਚ ਵਰਤਿਆ। ਉਹਦੇ ਦਰਵਾਜ਼ੇ ਜਿਹੜੇ 24 ਘੰਟੇ ਮੰਨ ਲਓ ਆਪਣੇ ਘਰ ਦੇ ਖੁੱਲ੍ਹੇ ਰਹਿੰਦੇ ਸੀ। ਜਦੋਂ ਮਰਜ਼ੀ ਕੋਈ ਰਾਤ ਨੂੰ 12 ਵਜੇ ਆ ਜਾਵੇ, ਕੋਈ 11 ਵਜੇ ਆ ਜਾਵੇ, ਕੋਈ ਸਵੇਰੇ 7 ਵਜੇ ਆ ਜਾਵੇ, ਉਸ ਵੇਲੇ ਕਹਿਣਾ ਜਰਨੈਲਾ ਗੱਲ ਸੁਣ ਵੀ ਇਹਨਾਂ ਦੀ। ਜੇ ਕੋਈ ਸਾਡੀ ਭੈਣ ਆ ਗਈ ਤਾਂ ਕਹਿਣਾ ਕੁੜੇ ਸੁਨੀਤਾ ਕੁੜੀ ਦੀ ਗੱਲ ਸੁਣ, ਇਹਨਾਂ ਦੀ ਕੀ ਗੱਲ ਹੈ, ਕੀ ਮਸਲਾ। ਇਸ ਕਰਕੇ ਆ ਵੀ ਇਹੋ ਜਿਹੇ ਆਗੂ ਦਾ ਚਲੇ ਜਾਣਾ ਉਹ ਬਹੁਤ ਵੱਡਾ ਘਾਟਾ ਆ। ਛੇਤੀ ਕਿਤੇ ਘਾਟਾ ਜਿਹੜਾ ਪੂਰਾ ਹੋਣ ਵਾਲਾ ਨਹੀਂ, ਪਰ ਜਿੱਥੇ ਸਾਨੂੰ ਘਾਟਾ ਪਿਆ ਉੱਥੇ ਅਸੀਂ ਮਾਣ ਵੀ ਮਹਿਸੂਸ ਕਰਦੇ ਹਾਂ ਵੀ ਅੱਜ ਦੇ ਦੌਰ ਦੇ ਅੰਦਰ ਬਹੁਤ ਸਾਰੇ ਆਗੂ ਆ, ਰਾਤ ਕਿਸੇ ਸਿਆਸੀ ਪਾਰਟੀ 'ਚ ਕੱਟਦੇ ਆ ਤਾਂ ਦਿਨ ਕਿਸੇ ਦੇ ਕੱਟਦੇ ਆ, ਪਰ ਇਹ ਇਹੋ ਜਿਹੇ ਆਗੂ ਕਿਤੇ ਘੱਟ ਮਿਲਦੇ ਆ ਜਿਨ੍ਹਾਂ ਨੇ ਜਿਸ ਦਿਨ ਤੋਂ ਆਪਣੀ ਉਹ ਲੀਹ ਫੜੀ ਆ, ਉਹ ਵਿਚਾਰ ਫੜੇ ਆ, ਆਪਣੇ ਅੰਤ ਸਾਹਾਂ ਤਾਂ ਜਿਹੜੇ ਉਹਨਾਂ ਵਿਚਾਰਾਂ ਨੂੰ ਨਾਲ ਲੈ ਕੇ ਨਿਭਾਇਆ। ਸਮਾਜ ਨੂੰ ਕੀ ਸੇਧ ਦਿਨ ਲੈਣੀ ਚਾਹੀਦੀ ਉਹਨਾਂ ਦੇ ਜੀਵਨ ਤੋਂ? ਸਮਾਜ ਨੂੰ ਸੇਧ ਇਹ ਲੈਣੀ ਚਾਹੀਦੀ ਆ ਵੀ ਜ਼ਰੂਰੀ ਨਹੀਂ ਬਈ ਰਾਜਨੀਤਿਕ ਹੋ ਕੇ ਟਪੂਸੀਆਂ ਮਾਰ ਕੇ ਹੀ ਤਰੱਕੀ ਕਰ ਸਕਦੇ ਹਾਂ। ਅਸੀਂ ਮੰਨ ਲਓ ਵੀ ਚੰਗੇ ਵਿਚਾਰਾਂ ਦੇ ਧਾਰਨੀ ਹੋਣ ਕਰਕੇ ਤਰੱਕੀ ਫੇਰ ਵੀ ਕਰ ਸਕਦੇ ਹਾਂ। ਮੰਨ ਲਓ ਜਾਂ ਸਾਡੇ ਕੋਲ ਵਿਚਾਰ ਚੰਗੇ ਹੋਣ, ਸਮਾਜ ਨੂੰ ਬਰਾਬਰਤਾ ਕਰਨ ਵਾਲੇ ਹੋਣ, ਫਿਰ ਲਾਜ਼ਮੀ ਤੌਰ 'ਤੇ ਅਸੀਂ ਜਿਹੜੀ ਆ ਉਹ ਤਰੱਕੀ ਮੱਲੋ ਮੱਲੀ ਜਿਹੜੀ ਅਸੀਂ ਮੰਨ ਲਓ ਕਰਾਂਗੇ ਤਰੱਕੀ। ਇਸ ਕਰਕੇ ਕਈਆਂ ਨੂੰ ਭੁਲੇਖਾ ਹੈ ਵੀ ਸ਼ਾਇਦ ਇੱਥੇ ਰਹਿ ਕੇ ਤਰੱਕੀ ਨਹੀਂ ਹੋ ਸਕਦੀ, ਵੀ ਜੇ ਦੂਜੀਆਂ ਰਾਜ ਕਰਦੀਆਂ ਧਿਰਾਂ ਵਿੱਚ ਜਾਈਏ ਤਰੱਕੀ ਉੱਥੇ ਹੋਊਗੀ। ਆਪਾਂ ਦੇਖ ਰਹੇ ਹਾਂ ਵੀ ਉਹ ਅਨਪੜ੍ਹ ਸੀ, ਸੈਲਰਾਂ 'ਤੇ ਦਿਹਾੜੀਆਂ ਕੀਤੀਆਂ, ਕੰਮ ਕੀਤੀਆਂ, ਮਜ਼ਦੂਰੀਆਂ ਕਰਦੇ ਕਰਦੇ ਅੱਜ ਉਹਨਾਂ ਕੋਲ ਇੱਕ ਚੰਗੇ ਵਿਚਾਰ ਹੋਣ ਕਰਕੇ ਆਪਣੇ ਚੰਗੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ, ਆਪ ਮੰਨ ਲਓ ਚੰਗਾ ਆਪਣਾ ਕਿੱਤਾ ਕਰ ਰਿਹਾ। ਇਸ ਕਰਕੇ ਇਹ ਪਰਿਵਾਰ ਨੂੰ ਸੇਧ ਲੈਣੀ ਚਾਹੀਦੀ ਹੈ ਵੀ ਕਿ ਜ਼ਰੂਰੀ ਨਹੀਂ ਵੀ ਠੱਗਾਂ ਚੋਰਾਂ ਕੋਲ ਜਾ ਕੇ ਮੰਨ ਲਓ ਅਸੀਂ ਆਪਣੀ ਚੰਗੀ ਜ਼ਿੰਦਗੀ ਬਚਾ ਸਕਦੇ ਹਾਂ। ਚੰਗੇ ਵਿਚਾਰ ਹੋਣ, ਜ਼ਿੰਦਗੀ ਤਾਂ ਵੀ ਚੰਗੀ ਬਿਤਾਈ ਸਕਦਾ। ਬਹੁਤ ਧੰਨਵਾਦ ਜੀ। ਲਾਲ ਸਲਾਮ। ਸ਼ੁਕਰੀਆ, ਧੰਨਵਾਦ ਜੀ। ਅੱਜ ਅੰਤਮ ਦਰਸ਼ਨ ਤੇ ਸੰਸਕਾਰ ਦੇ ਮੌਕੇ ਸਾਡੇ ਬਹੁਜਨ ਸਮਾਜ ਦੇ ਨਿਧੜਕ ਲੀਡਰ ਸਰਪੰਚ ਕਾਂਤੀ ਮੋਹਨ ਜੀ ਵੀ ਮੌਜੂਦ ਨੇ। ਸਭ ਤੋਂ ਪਹਿਲਾਂ ਜੈ ਭੀਮ। ਜੈ ਭੀਮ ਜੀ। ਕੀ ਕਹਿਣਾ ਚਾਹੋਗੇ, ਅੱਜ ਤੁਸੀਂ ਅੰਤਮ ਦਰਸ਼ਨਾਂ ਦੇ ਵਾਸਤੇ ਆਏ ਹੋ? ਕਾਮਰੇਡ ਦੇਵ ਫਲੋਰ ਜੀ ਜਿਨ੍ਹਾਂ ਨੇ ਕਿਰਤੀ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜੀ ਸਾਰਾ ਜੀਵਨ। ਦੁੱਖ ਭਰੇ ਸਮੇਂ ਦੇ ਵਿੱਚ ਆਪਾਂ ਸਾਰੇ ਅੱਜ ਇੱਥੇ ਇਕੱਤਰ ਹੋਏ ਹਾਂ। ਕਾਮਰੇਡ ਦੇਵ ਜੀ ਸਾਥੀ ਬੜੇ ਅਡੋਲ, ਨਿਧੜਕ, ਨਿਰਪੱਖ ਵਿਅਕਤੀ ਸਨ। ਬੜਾ ਵੱਡਾ ਰੋਲ ਅਦਾ ਕੀਤਾ ਉਹਨਾਂ ਨੇ ਸਮਾਜ ਨੂੰ ਸੇਧ ਦੇਣ ਵਾਸਤੇ। ਇੰਨਾ ਸੌਖਾ ਨਹੀਂ ਹੁੰਦਾ ਕਿ ਇੱਕੋ ਹੀ ਥਾਂ 'ਤੇ ਖੜ੍ਹੇ ਰਹਿਣਾ, ਜਿਵੇਂ ਰੁੱਖਾਂ ਵਾਂਗੂ ਖੜ੍ਹੇ ਰਹੇ, ਇੱਕੋ ਹੀ ਥਾਂ 'ਤੇ ਖੜ੍ਹੇ ਰਹਿਣਾ। ਪਾਰਟੀ ਦੀ ਵਿਚਾਰਧਾਰਾ ਦੇ ਨਾਲ ਆਪਣੀ ਕਬੀਲਦਾਰੀ ਨੂੰ, ਆਪਣੇ ਕੰਮ ਕਾਜ ਨੂੰ, ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਕੇ ਗਏ ਨੇ। ਸਾਡਾ ਸਜਦਾ ਉਹਨਾਂ ਨੂੰ ਸਲਾਮ ਹੈ। ਬੜੇ ਅੱਛੇ ਨੇਕ ਵਿਅਕਤੀ ਸਨ। ਸਾਡੀ ਪਰਸਨਲੀ ਸਾਡੀ ਜਥੇਬੰਦੀ ਮਠੱਡਾ ਕਲਾਂ ਨੂੰ, ਗ੍ਰਾਮ ਪੰਚਾਇਤ ਮਠੱਡਾ ਕਲਾਂ ਨੂੰ ਬਹੁਤ ਅਚੇਚਾ ਜਿਹੜਾ ਹੈ ਉਹਨਾਂ ਦਾ ਸਹਿਯੋਗ ਰਿਹਾ, ਬਹੁਤ ਵੱਡੇ ਪੱਧਰ 'ਤੇ। ਜਿੱਥੇ ਸਾਡੇ ਨਾਲ ਕੋਈ ਨਹੀਂ ਖੜਦਾ ਹੁੰਦਾ ਸੀ ਉੱਥੇ ਕਾਮਰੇਡ ਦੇਵ ਜੀ ਆਪਣੇ ਸਾਥੀਆਂ ਸਮੇਤ ਆ ਕੇ ਅੱਧੀ ਅੱਧੀ ਰਾਤ ਨੂੰ, ਰਾਤ ਦੀਆਂ 2-2, 3-3 ਵਜੇ ਤੱਕ ਦਾ ਉਹਨਾਂ ਦਾ ਇਤਿਹਾਸ ਰਿਹਾ ਸਾਡੇ ਨਾਲ। ਜਦੋਂ ਵੀ ਅਸੀਂ ਕਿਤੇ ਪ੍ਰੋਟੈਸਟ ਕੀਤਾ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਜਾਂ ਪੁਲਿਸ ਦੀ ਤਸ਼ੱਦਦ ਦੇ ਖਿਲਾਫ, ਅਤੇ ਉੱਥੇ ਰਾਤ ਦੇ 2 ਵਜੇ ਵੀ, ਇਹ ਜਾਣੀ ਸੱਚੀ ਗੱਲ ਨੂੰ ਮੈਂ ਕੋਡ ਕਰ ਰਿਹਾ, ਰਾਤ ਦੇ 2 ਵਜੇ ਵੀ ਆਪਣਾ ਜੱਥਾ ਲੈ ਕੇ ਸਾਡੀ ਮਦਦ 'ਤੇ ਪਹੁੰਚ ਜਾਂਦੇ ਸਨ ਕਾਮਰੇਡ ਦੇਵ ਜੀ। ਬੜੀ ਉੱਚੀ ਸ਼ਖਸੀਅਤ ਸਨ। ਬੜੇ ਭਰੇ ਮਨ ਦੇ ਨਾਲ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਜਿਹੜੇ ਉਹ ਭੇਂਟ ਕਰਦੇ ਹਾਂ, ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਜਿਹੜਾ ਆ ਉਹ ਬਖਸ਼ਣ ਵਾਸਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਕੀ ਕਹਿਣਾ ਚਾਹੋਗੇ, ਇੱਦਾਂ ਦੇ ਮਹਾਨ ਪੁਰਸ਼ ਜਿਹੜੇ ਕਿਰਤੀਆਂ ਦੇ ਮਸੀਹਾ ਕਿਹਾ ਜਾ ਸਕਦਾ, ਜਿਹੜੇ ਲੜਾਕੂ ਕਿਹਾ ਜਾ, ਸਮਾਜ ਨੂੰ ਵੀ ਸੇਧ ਲੈਣ ਦੀ ਲੋੜ ਹੈਗੀ ਅੱਜ? ਕੋਈ ਵੀ ਵਿਅਕਤੀ ਇਸ ਕਰਕੇ ਨਹੀਂ ਵੱਡਾ ਹੁੰਦਾ ਕਿ ਉਹ ਫਾਈਨੈਂਸ਼ੀਅਲੀ ਸਟਰੋਂਗ ਹੋਵੇ। ਵਿਅਕਤੀ, ਸਿਆਣਿਆਂ ਨੇ ਕਿਹਾ, ਉਹ ਵੱਡਾ ਹੁੰਦਾ ਜਿਹੜਾ ਸਮਾਜ ਦੇ ਦੁੱਖ ਦਰਦ ਸਮਝਦਾ ਹੋਵੇ। ਉਹ ਕਿੰਨੇ ਲੋਕਾਂ ਨਾਲ ਉਹਨੇ ਆਪਣੀ ਸਮਾਜ ਸੇਵਾ ਦੇ ਜ਼ਰੀਏ ਮਤਲਬ ਕਿੰਨੇ ਲੋਕਾਂ ਦੇ ਨਾਲ ਖੜਿਆ, ਉਹ ਕਿੰਨੇ ਲੋਕਾਂ ਨੂੰ ਇਨਸਾਫ ਦਿਵਾਇਆ, ਕਿੰਨੇ ਪੀੜਤਾਂ ਨੂੰ, ਕਿੰਨੇ ਭੈਣਾਂ ਮਾਤਾਵਾਂ ਨੂੰ ਉਸ ਬੰਦੇ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿੰਨੇ ਲੋਕਾਂ ਨੂੰ ਦੇ ਨਾਲ ਉਹ ਖੜਾ ਹੋਇਆ। ਇਹਨਾਂ ਚੀਜ਼ਾਂ ਦੇ ਨਾਲ ਵਿਅਕਤੀ ਵੱਡਾ ਹੁੰਦਾ, ਵਿਸ਼ੇਸ਼ ਹੁੰਦਾ। ਉਹ ਖੂਬੀਆਂ ਕਾਮਰੇਡ ਦੇਵ ਜੀ ਦੇ ਵਿੱਚ ਸਨ, ਕੁੱਟ-ਕੁੱਟ ਕੇ ਭਰੀਆਂ ਹੋਈਆਂ ਸਨ। ਸਮਾਜ ਨੂੰ ਵੀ ਸੇਧ ਲੈਣ ਦੀ ਜ਼ਰੂਰਤ ਹੈ ਉਹਨਾਂ ਦੇ ਜੀਵਨ ਤੋਂ। ਮੈਂ ਪਹਿਲਾਂ ਵੀ ਕੋਡ ਕੀਤੀ ਆ ਕਿ ਇੱਕ ਥਾਂ ਅਡੋਲ ਖੜ੍ਹੇ ਰਹਿਣਾ, ਸਾਰੀ ਜ਼ਿੰਦਗੀ ਇੱਕ ਪਾਰਟੀ ਦੇ ਨਾਲ, ਇੱਕ ਵਿਚਾਰਧਾਰਾ ਦੇ ਨਾਲ
ਲਗਾ ਦੇਣੀ ਇਹ ਸੌਖਾ ਕੰਮ ਨਹੀਂ ਹੁੰਦਾ, ਬੜਾ ਔਖਾ ਹੁੰਦਾ। ਅੱਜ ਜਿਹੜੇ ਅੱਜ ਦੇ ਸਿਆਸਤਦਾਨ ਆ ਜਾਂ ਪਾਰਟੀਬਾਜ਼ੀ 'ਚ ਲੋਕ ਨੇ ਉਹ ਅੱਜ ਇੱਥੇ ਆ, ਕੱਲ੍ਹ ਨੂੰ ਉੱਥੇ ਆ, ਪਰਸੋਂ ਨੂੰ ਉੱਥੇ ਆ, ਲੇਕਿਨ ਆਪਣੀ ਜ਼ਿੰਦਗੀ ਦੇ 60 ਸਾਲ ਉਹਨਾਂ ਨੇ ਆਪਣੀ ਪਾਰਟੀ ਦੀ ਵਿਚਾਰਧਾਰਾ ਨਾਲ ਲਗਾਏ ਔਰ 60 ਸਾਲ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਉਹਨਾਂ ਨੇ ਸਮਾਜ ਸੇਵਾ ਦੇ ਲਈ ਕੀਤਾ। ਬੜਾ ਔਖਾ ਹੁੰਦਾ, ਸੌਖਾ ਕੰਮ ਨਹੀਂ ਹੁੰਦਾ। ਸੋ ਇਸ ਕਰਕੇ ਮਤਲਬ ਬੜੀ ਉੱਚੀ ਸੁੱਚੀ ਸ਼ਖਸੀਅਤ ਨੂੰ ਸਾਡਾ ਸਿੱਧਾ ਸਲਾਮ ਹੈ, ਸੂਹਾ ਸਲਾਮ ਹੈ। ਤੋ ਬਹੁਤ ਅੱਛੇ ਵਿਅਕਤੀ ਸਨ, ਨੇਕ ਇਨਸਾਨ। ਮਨ ਨੂੰ ਗਹਿਰਾ ਅਫਸੋਸ ਪਹੁੰਚਿਆ ਜਦੋਂ ਕੱਲ੍ਹ ਪਤਾ ਲੱਗਾ। ਅਸੀਂ ਰਾਤ ਵੀ ਦਰਸ਼ਨ ਕਰਕੇ ਗਏ ਹਾਂ। ਤੋ ਆਪਣਿਆਂ ਦੀ ਫੀਲਿੰਗ ਜਿਹੜੀ ਆ ਉਹਨਾਂ ਦੇ ਵਿੱਚੋਂ ਹਮੇਸ਼ਾ ਆਉਂਦੀ ਰਹੀ ਹੈ ਜਦੋਂ ਜਦੋਂ ਵੀ ਉਹ ਸਾਡੇ ਨਾਲ ਆ ਕੇ ਖੜ੍ਹਦੇ ਰਹੇ ਆ। ਤੋ ਬਹੁਤ ਨੇਕ ਇਨਸਾਨ ਸਨ ਕਾਮਰੇਡ ਦੇਵ ਜੀ। ਬਹੁਤ ਧੰਨਵਾਦ। ਥੈਂਕ ਯੂ। ਅੰਤਮ ਦਰਸ਼ਨ ਦੇ ਵਾਸਤੇ ਸੰਸਕਾਰ ਦੇ ਮੌਕੇ ਤੇ ਪਹੁੰਚੇ ਹੋਏ ਐਡਵੋਕੇਟ ਸੰਜੀਵ ਪੋਰਾ ਸਾਹਿਬ ਜੀ। ਸਭ ਤੋਂ ਪਹਿਲਾਂ ਲਾਲ ਸਲਾਮ, ਜੈ ਭੀਮ ਜੀ। हाँ जय भीम लाल सलाम। ਕੀ ਕਹਿਣਾ ਚਾਹੋਗੇ, ਕੀ ਸੇਧ ਲੈਣ ਦੀ ਲੋੜ ਹੈਗੀ ਆ ਅੱਜ ਕਾਮਰੇਡ ਦੇਵ ਪਲੌਰ ਜੀ ਦੇ ਜੀਵਨ ਤੋਂ, ਜਿਹੜੇ ਉਹ ਸੰਘਰਸ਼ ਸੀ ਖਾਸ ਕਰਕੇ ਕਿਰਤੀ ਤੇ ਮਜ਼ਦੂਰਾਂ ਦੇ? ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਕਾਮਰੇਡ ਦੇਵ ਜੀ ਜੋ ਸਰੀਰਕ ਰੂਪ ਦੇ ਵਿੱਚ ਸਾਡੇ ਦਰਮਿਆਨ ਨਹੀਂ ਰਹੇ, ਉਹਨਾਂ ਦੇ ਜੀਵਨ ਤੋਂ ਜੇ ਕੋਈ ਇੱਕ ਸਭ ਤੋਂ ਵੱਡੀ ਸੇਧ ਲੈਣ ਦੀ ਲੋੜ ਹੈ ਕਿ ਉਹ ਇੱਕ ਸਿਧਾਂਤਕ ਮਨੁੱਖ ਸਨ। ਅੱਜ ਅਸੀਂ ਸਮਾਜ ਦੇ ਵਿੱਚ ਦੇਖ ਰਹੇ ਹਾਂ ਕਿ ਸਿਧਾਂਤਕ ਮਨੁੱਖ ਜਿਹੜੇ ਆ ਉਹਨਾਂ ਦੀ ਗਿਣਤੀ ਉਂਗਲਾਂ ਤੇ ਗਿਣਨ ਜੋਗੀ ਆ। ਆਮ ਲੋਕਾਂ ਦਾ ਇਹ ਟ੍ਰੈਂਡ ਵਾ ਕਿ ਹਵਾ ਦੇ ਵਹਾਅ ਦੇ ਨਾਲ ਬਦਲ ਜਾਣਾ, ਬਟ ਕਾਮਰੇਡ ਦੇਵ ਜੀ ਇੱਕ ਮਿਸ਼ਨ, ਵਿਚਾਰਧਾਰਾ ਔਰ ਸਿਧਾਂਤ ਦੇ ਉੱਤੇ ਸਾਰੀ ਜ਼ਿੰਦਗੀ ਖੜੇ ਰਹੇ। ਔਰ ਇੱਕ ਇਹ ਹੁੰਦਾ ਵੀ ਮੈਂ ਖੜਾ ਆ, ਉਦੋਂ ਬਾਅਦ ਚੋਂ ਮੈਂ ਆਪਣੇ ਪਰਿਵਾਰ ਨੂੰ ਕੀ ਸੇਧ ਦਿੱਤੀ ਆ। ਜਿੱਥੇ ਉਹ ਆਪ ਹਮੇਸ਼ਾ ਇੱਕ ਸਿਧਾਂਤ ਦੇ ਉੱਤੇ ਖੜੇ ਰਹੇ ਔਰ ਦੁਖੀਆਂ, ਗਰੀਬਾਂ, ਮਜਲੂਮਾਂ ਦੀ ਉਹ ਆਵਾਜ਼ ਬੁਲੰਦ ਕਰਦੇ ਰਹੇ ਸਾਰੀ ਜ਼ਿੰਦਗੀ, ਉੱਥੇ ਉਹਨਾਂ ਨੇ ਫਿਰ ਆਪਣੇ ਜਿਹੜੇ 2 ਪੁੱਤਰ ਸੀਗੇ ਸਾਡੇ ਕਾਮਰੇਡ ਜਰਨੈਲ ਜੀ ਔਰ ਮਾਸਟਰ ਕਰਨੈਲ ਜੀ, ਉਹ ਵੀ ਇੱਕ ਇਸ ਸਿਸਟਮ ਦੇ ਵਿੱਚ ਬੁਰਾਈ ਦੇ ਖਿਲਾਫ ਲੜਨ ਵਾਲੇ ਇੱਕ ਜੁਝਾਰੂ ਯੋਧੇ ਪੈਦਾ ਕੀਤੇ। ਚਾਹੇ ਉਹ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਹੋਵੇ, ਦਲਿਤਾਂ ਦੇ, ਪਛੜਿਆਂ ਦੇ, ਮਜ਼ਦੂਰਾਂ ਦੇ, ਔਰਤਾਂ ਦੇ, ਹਰ ਮਸਲੇ ਦੇ ਉੱਤੇ ਉਹਨਾਂ ਨੇ ਵੀ ਆਵਾਜ਼ ਬੁਲੰਦ ਕੀਤੀ ਔਰ ਇਹਨਾਂ ਦਾ ਜਿਹੜਾ ਨਾਮ ਆ ਹੋਰ ਵੀ ਸਮਾਜ ਦੇ ਵਿੱਚ ਉੱਚਾ ਕੀਤਾ। ਬਾਕੀ ਕੁਦਰਤ ਦਾ ਇਹ ਨਿਯਮ ਆ ਕਿ ਜੋ ਇਨਸਾਨ ਇਸ ਸੰਸਾਰ ਵਿੱਚ ਆਇਆ, ਕਿਸੇ ਨੇ 60 ਸਾਲ ਉਮਰ ਭੋਗੀ, ਕਿਸੇ ਨੇ 70 ਸਾਲ, ਕਿਸੇ ਨੇ 100 ਸਾਲ, ਪਰ ਉਹਨੇ ਜਾਣਾ ਜ਼ਰੂਰ ਹੈ। ਪਰ ਇਹ ਆ ਵੀ ਜਿਹੜੇ ਉਸ ਵਿਅਕਤੀ ਨੇ ਪੂਰਨੇ ਪਾਏ ਆ, ਜੋ ਉਹਦੇ ਸੁਪਨੇ ਸੀ, ਜੋ ਉਹਨਾਂ ਨੂੰ ਪੂਰੇ ਕਰਨ ਵਾਲੇ ਉਹਦੇ ਪੈਰੋਕਾਰ ਮੌਜੂਦ ਹੋਣਗੇ ਤਾਂ ਉਹਨਾਂ ਦਾ ਸੁਪਨਾ ਜਿਹੜਾ ਉਹ ਪੂਰਾ ਹੋਵੇਗਾ ਔਰ ਉਹ ਹਮੇਸ਼ਾ ਸਾਡੇ ਲਈ, ਸਾਡੇ ਵਿੱਚ ਵਿਚਾਰਕ ਤੌਰ ਤੇ ਜਿਉਂਦੇ ਰਹਿਣਗੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਇੱਕ ਬਹੁਤ ਹੀ ਸਿਰੜੀ, ਲੋਕ ਲੀਡਰ, ਸੰਘਰਸ਼ੀਲ, ਇੱਕ ਸਿਧਾਂਤਕ ਮਨੁੱਖ ਜਿਹੜਾ ਅੱਜ ਖੋਹ ਲਿਆ, ਚਾਹੇ ਉਹ ਕਿਸੇ ਵੀ ਪਾਰਟੀ 'ਚ ਹੋਣ। ਔਰ ਇਹਨਾਂ ਦੀ ਤਾਂ ਇੱਦਾਂ ਦੀ ਸ਼ਖਸੀਅਤ ਸੀ, ਆਮ ਆਪਾਂ ਦੇਖਦੇ ਹਾਂ ਕਿ ਕਈ ਬੰਦੇ ਪਾਰਟੀਆਂ ਦੇ ਗੁਲਾਮ ਹੁੰਦੇ ਆ ਵੀ ਉੱਪਰ ਉਹ ਹੁਕਮ ਆ ਗਿਆ ਜੀ, ਚਾਹੇ ਉਹ ਗਲਤ ਹੀ ਅਸੀਂ ਮੰਨਣਾ, ਜਾਂ ਜੇ ਕੋਈ ਦੂਸਰੀ ਪਾਰਟੀ ਨਾਲ ਵੀ ਸੰਬੰਧ ਰੱਖਦਾ, ਉਹਨਾਂ ਧੱਕਾ ਹੋ ਰਿਹਾ, ਜੁਰਮ ਹੋ ਰਿਹਾ, ਨਹੀਂ ਅਸੀਂ ਉਹ ਸਾਡੀ ਪਾਰਟੀ ਦਾ ਨਹੀਂ, ਅਸੀਂ ਉਹਦੇ ਨਾਲ ਨਹੀਂ। ਇਹ ਮਨੁੱਖਤਾ ਨੂੰ ਸਾਹਮਣੇ ਰੱਖ ਕੇ ਹਰ ਵਿਅਕਤੀ ਜਿਹਦੇ ਨਾਲ ਜ਼ੁਲਮ, ਤਸ਼ੱਦਦ ਜਾਂ ਜਿਹੜਾ ਕੋਈ ਲੋੜਵੰਦ ਸੀ ਉਹਦੇ ਨਾਲ ਪਾਰਟੀਆਂ ਤੋਂ ਵੀ ਉੱਤੇ ਉੱਠ ਕੇ, ਵਿਚਾਰਧਾਰਾ ਤੋਂ ਵੀ ਇੱਕ ਮਨੁੱਖਤਾ ਨੂੰ ਪਹਿਲ ਦੇ ਕੇ ਉਹਨਾਂ ਦੇ ਨਾਲ ਕੰਧ ਵਾਂਗ ਖੜਦੇ ਸਨ। ਸੋ ਇਹੋ ਜਿਹੇ ਮਨੁੱਖਾਂ ਦਾ ਜਾਣਾ, ਉਹਨਾਂ ਦੀ ਪੂਰਤੀ ਕਰਨੀ ਬੜੀ ਮੁਸ਼ਕਲ ਹੋਏ। ਸਾਡੇ ਮੂਹਰੇ ਚੈਲੰਜ ਆ ਕਿ ਅਸੀਂ ਇਹੋ ਜਿਹੇ ਮਨੁੱਖ ਆਉਣ ਵਾਲੇ ਸਮੇਂ 'ਚ ਸਿਧਾਂਤਕ ਕਿਵੇਂ ਇਹਨਾਂ ਦੀ ਘਾਟ ਨੂੰ ਪੂਰਾ ਕਰ ਪਾਵਾਂਗੇ। ਬਹੁਤ ਧੰਨਵਾਦ। ਥੈਂਕ ਯੂ। ਕਾਮਰੇਡ ਦੇਵ ਪਲੌਰ ਦੇ ਸੰਸਕਾਰ ਦੇ ਮੌਕੇ ਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਦਰਸ਼ਨ ਨਾਰ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ। ਇਹਨਾਂ ਤੋਂ ਵੀ ਸ਼ਬਦ ਲਵਾਂਗੇ, ਕੀ ਕਹਿਣਾ ਚਾਹੁੰਦੇ ਨੇ ਅੱਜ ਸਾਥੀ ਦੇ ਵਿਯੋਗ ਦੇ ਵਿੱਚ। ਮੈਂ ਆਪਣੇ ਪਿਆਰੇ ਸਾਥੀ ਜਿਹੜੇ ਮੇਰੇ ਬਾਪ ਦੇ ਸਮਾਨ ਸੀ, ਉਹਨਾਂ ਦੇ ਵਿਛੋੜੇ ਤੇ ਉਹਨਾਂ ਦੇ ਤੁਰ ਜਾਣ ਤੇ ਮੈਂ ਉਨਾ ਹੀ ਦੁੱਖ ਮਹਿਸੂਸ ਕਰਦਾ ਜਿੰਨਾ ਉਹਨਾਂ ਦਾ ਪਰਿਵਾਰ ਕਰਦਾ। ਔਰ ਅਸੀਂ ਸਾਰੇ ਹੀ ਉਹਨਾਂ ਦੇ ਸਾਥੀ, ਕਿਉਂਕਿ ਸਾਨੂੰ ਉਹਨਾਂ ਨੇ ਇਸ ਲਹਿਰ ਵਾਲੇ ਪਾਸੇ, ਗਰੀਬ ਤਬਕਾ, ਮਿਹਨਤੀ ਆਵਾਮ, ਇਹਨਾਂ ਦੀ ਸੇਵਾ ਕਰਨ ਲਈ ਸਾਨੂੰ ਉਹਨਾਂ ਨੇ ਪ੍ਰੇਰਿਆ, ਸਾਨੂੰ ਉਂਗਲੀ ਫੜ ਕੇ ਇਸ ਰਾਹ 'ਤੇ ਤੁਰਿਆ। ਇਸ ਕਰਕੇ ਮੈਂ ਸਮਝਦਾ ਵੀ ਜਿਹੜਾ ਪਰਿਵਾਰ ਨੂੰ ਤੇ ਸਾਨੂੰ
ਕਿ ਕਿਰਤੀ ਜਮਾਤ ਨੂੰ ਘਾਟਾ ਲੱਗਾ, ਉਹ ਨਾ ਪੂਰਾ ਹੋਣ ਵਾਲਾ ਆ। ਇਸ ਘਾਟੇ ਨੂੰ ਅਸੀਂ ਜੋ ਮੈਂ ਸਮਝਦਾ ਕਿ ਕਾਫੀ ਲੰਬਾ ਸਮਾਂ ਪੂਰਾ ਨਹੀਂ ਕਰ ਸਕਦੇ। ਇਹ ਘਾਟਾ ਨਾ ਪੂਰਾ ਹੋਣ ਵਾਲਾ ਆ। ਸਾਥੀ ਦੇ ਤੁਰ ਜਾਣ ਨਾਲ ਸਾਡੀ ਲਹਿਰ ਦਾ ਬਹੁਤ ਵੱਡਾ ਨੁਕਸਾਨ ਹੋਇਆ, ਜਿਹੜਾ ਸਾਨੂੰ ਬੜਾ ਅਫਸੋਸ ਰਹੇਗਾ। ਤੇ ਅਸੀਂ ਮਤਲਬ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਅਹਿਦ ਕਰਦੇ ਹਾਂ ਆਪਣੀ ਜਥੇਬੰਦੀ ਵੱਲੋਂ, ਦਿਹਾਤੀ ਮਜ਼ਦੂਰ ਸਭਾ ਵੱਲੋਂ, ਵੀ ਅਸੀਂ ਜਿਹੜੇ ਉਹਨਾਂ ਦੇ ਕਾਜ ਅਧੂਰੇ ਆ, ਜਿਹੜੇ ਆਪਣੇ ਕੰਮ ਨੂੰ ਪਿੱਛੇ ਛੱਡ ਗਏ ਆ, ਜਿਹੜੇ ਵਾਸਤੇ ਉਹਨਾਂ ਦਾ ਮਿਸ਼ਨ ਸੀ, ਜਿਹੜਾ ਮਿਸ਼ਨ ਉਹਨਾਂ ਦਾ, ਅਸੀਂ ਆਖਰੀ ਦਮ ਤੱਕ ਉਸ ਮਿਸ਼ਨ ਨੂੰ ਪੂਰਾ ਕਰਨ ਲਈ ਲੜਦੇ ਰਹਾਂਗੇ। ਬਹੁਤ ਧੰਨਵਾਦ ਜੀ। ਲਾਲ ਸਲਾਮ। ਲਾਲ ਸਲਾਮ। ਬਹੁਤ ਧੰਨਵਾਦ ਜੀ। ਸਾਥੀ ਦਰਸ਼ਨ ਨਾਹਰ ਜੀ ਹੁਣਾਂ ਨੇ ਇਹ ਕਿਹਾ ਕਿ ਪੂਰਾ ਜੀਵਨ ਲਾ ਦਿੱਤਾ ਸਾਥੀ ਕਾਮਰੇਡ ਦੇਵ ਫਲੋਰ ਜੀ ਹੁਣਾਂ ਨੇ ਮਨੁੱਖਤਾ ਦੇ ਵਾਸਤੇ, ਕਿਰਤੀਆਂ ਦੇ, ਮਜ਼ਦੂਰਾਂ ਦੇ ਵਾਸਤੇ, ਕੁਚਲੇ ਹੋਏ ਦੱਬੇ ਹੋਏ ਸਮਾਜ ਦੇ ਵਾਸਤੇ, ਔਰ ਉਹਨਾਂ ਦੇ ਜਿਹੜੇ ਪਾਏ ਪੂਰਨਿਆਂ ਤੇ ਚੱਲਣ ਦੀ ਵੀ ਗੱਲ ਕੀਤੀ ਹੈ, ਔਰ ਉਹਨਾਂ ਦੇ ਅਧੂਰੇ ਕੰਮ ਨੇਪਰੇ ਚਾੜਨ ਦੀ ਵੀ ਗੱਲ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਕਾਂਚੀ ਟੀਵੀ। ਜੈ ਭੀਮ, ਜੈ ਗੁਰਦੇਵ।